ਨੈਕਸਟ ਹੈ ਆਪਣੇ ਕੋਲੇ ਥਰਡ ਟੈਕਨੀਕ ਮੈਥਡ ਸਟੱਡੀ। ਮੈਥਡ ਸਟੱਡੀ ਇਜ਼ ਕੰਸਰਨ ਵਿਦ ਦ ਡਿਵੈਲਪਮੈਂਟ ਆਫ ਵਨ ਬੈਸਟ ਵੇ ਟੂ ਪਰਫੋਰਮ ਐਨੀ ਫੰਕਸ਼ਨ। ਮੈਥਡ ਸਟੱਡੀ ਦਾ ਮਤਲਬ ਹੈ ਕਿ ਅਸੀਂ ਇੱਕ ਬੈਸਟ ਤਰੀਕੇ ਦੀ ਡਿਵੈਲਪਮੈਂਟ ਕਰਨੀ ਹੈ ਵੀ ਜਿਹਦੇ ਨਾਲ ਕਿਸੇ ਕੰਮ ਨੂੰ ਅਸੀਂ ਕਰ ਸਕੀਏ। ਸੋ ਅਕੋਰਡਿੰਗ ਟੂ ਟੇਲਰ one best way of doing every function in the organization should be developed। ਟੇਲਰ ਦੇ ਅਕੋਰਡਿੰਗ ਕੀ ਸੀਗਾ ਵੀ ਆਰਗੇਨਾਈਜੇਸ਼ਨ ਦੇ ਵਿੱਚ ਜੋ ਵੀ ਕੰਮ ਕਰਨਾ ਉਹਨੂੰ ਕਰਨ ਦਾ ਇੱਕ ਬੈਸਟ ਵੇ ਡਿਵੈਲਪ ਕਰਨਾ ਚਾਹੀਦਾ ਵਾ। In order to do so, a detailed analysis of various alternative methods which can be used to perform any function should be made। ਸੋ ਉਹਦੇ ਅਕੋਰਡਿੰਗ ਕੀ ਸੀਗਾ ਕਿ ਜਿੰਨੇ ਵੀ ਤਰੀਕਿਆਂ ਨਾਲ ਕਿਸੇ ਕੰਮ ਨੂੰ ਕੀਤਾ ਜਾ ਸਕਦਾ ਉਹ ਪਹਿਲਾਂ ਤਰੀਕਿਆਂ ਨੂੰ ਵਰਤਣਾ ਚਾਹੀਦਾ ਹੈ। ਉਹਨਾਂ ਦੀ ਡਿਟੇਲਡ ਐਨਾਲਿਸਿਸ ਕਰਨੀ ਆ, ਐਨਾਲਿਸਿਸ ਉਹਦਾ ਮੁਲਾਂਕਣ ਕਰਨਾ, ਚੈੱਕ ਆਊਟ ਕਰਨਾ ਕਿ ਹਾਂ ਇਹਨਾਂ ਦੇ ਵਿੱਚੋਂ ਸਭ ਤੋਂ ਬੈਸਟ ਕਿਹੜਾ। ਦੈਨ ਸੱਚ ਅ ਮੈਥਡ ਸ਼ੁੱਡ ਬੀ ਸਿਲੈਕਟਡ which helps in to earning maximum profit at minimum cost। ਸੋ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਜਿੰਨੇ ਵੀ ਤਰੀਕੇ ਨੇ ਸਾਰਿਆਂ ਦੇ ਨਾਲ ਉਹ ਕੰਮ ਨੂੰ ਕਰਕੇ ਦੇਖਣਾ, ਫਿਰ ਉਹਨਾਂ ਦੇ ਵਿੱਚ ਜਿਹੜਾ ਬੈਸਟ ਤਰੀਕਾ ਵਾ ਉਹਨੂੰ ਅਸੀਂ ਚੂਜ਼ ਕਰ ਲੈਣਾ ਵੀ ਜਿਹਦੇ ਨਾਲ ਸਾਨੂੰ ਮੈਕਸੀਮਮ ਪ੍ਰੋਫਿਟ ਹੋਵੇ ਐਟ ਮਿਨੀਮਮ ਕੋਸਟ ਥਰੂ ਆਪਟੀਮਮ ਯੂਜ਼ ਆਫ ਰਿਸੋਰਸਿਸ। ਮਤਲਬ ਪ੍ਰੋਫਿਟ ਵੱਧ ਹੋਵੇ, ਖਰਚਾ ਘੱਟ ਹੋਵੇ ਅਤੇ ਸਾਡੇ ਜਿਹੜੇ ਰਿਸੋਰਸ ਨੇ ਉਹਨਾਂ ਦਾ ਸਹੀ ਯੂਜ਼ ਹੋਵੇ। ਦਿਸ ਨਾਟ ਓਨਲੀ ਬੈਨੀਫਿਟਸ ਦਾ ਆਰਗੇਨਾਈਜੇਸ਼ਨ ਬਟ ਦਾ ਕਸਟਮਰ ਆਲਸੋ ਗੈਟਸ ਬੈਟਰ ਕੁਆਲਿਟੀ ਪ੍ਰੋਡਕਟਸ ਐਟ ਲੋ ਪ੍ਰਾਈਸ। ਸੋ ਇਹਦੇ ਨਾਲ ਇਕੱਲਾ ਆਰਗੇਨਾਈਜੇਸ਼ਨ ਨੂੰ ਫਾਇਦਾ ਹੀ ਨਹੀਂ ਹੁੰਦਾ, ਕਸਟਮਰਸ ਨੂੰ ਵੀ ਹੁੰਦਾ, ਉਹਨਾਂ ਨੂੰ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਘੱਟ ਮੁੱਲ 'ਤੇ ਮਿਲ ਜਾਂਦੇ ਆ ਐਂਡ ਹੈਂਸ ਹੀ ਇੰਜੋਇਜ਼ ਮੈਕਸੀਮਮ ਸੈਟਿਸਫੈਕਸ਼ਨ। ਸੋ ਇਹਦੇ ਨਾਲ ਜਿਹੜੇ ਕਸਟਮਰ ਆ ਉਹਨਾਂ ਨੂੰ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਆ। ਇਨ ਆਰਡਰ ਟੂ ਡਿਵੈਲਪ ਵਨ ਬੈਸਟ ਵੇ ਟੈਕਨੀਕ ਲਾਈਕ ਪ੍ਰੋਸੈਸ ਚਾਰਟ ਔਰ ਆਪਰੇਸ਼ਨ ਰਿਸਰਚ ਐਟਸੈਟਰਾ ਮੇ ਬੀ ਯੂਜ਼ਡ। ਸੋ ਇੱਕ ਬੈਸਟ ਤਰੀਕਾ ਚੂਜ਼ ਕਰਨ ਦੇ ਲਈ ਦੋ ਟੈਕਨੀਕਸ ਨੇ, ਪ੍ਰੋਸੈਸ ਚਾਰਟ ਹੁੰਦਾ ਇੱਕ ਆਪਰੇਸ਼ਨ ਰਿਸਰਚ ਟੈਕਨੀਕ ਹੁੰਦੀ ਆ, ਉਹਨਾਂ ਦੇ ਨਾਲ ਅਸੀਂ ਬੈਸਟ ਵੇ ਨੂੰ ਡਿਵੈਲਪ ਕਰ ਸਕਦੇ ਹਾਂ। ਠੀਕ ਆ, ਨੈਕਸਟ ਹੈ ਆਪਣੇ ਕੋਲੇ ਓਬਜੈਕਟਿਵ ਆਫ ਮੈਥਡ ਸਟੱਡੀ। ਮੈਥਡ ਸਟੱਡੀ ਕਰਦੇ ਕਿਉਂ? ਪਹਿਲਾਂ ਤਾਂ ਹੈ ਟੂ ਡਿਵੈਲਪ ਵਨ ਬੈਸਟ, ਇੱਥੇ ਨਾਲ ਵੇ ਲਿਖ ਲਿਓ, ਵਨ ਬੈਸਟ ਵੇ ਆਫ ਡੂਇੰਗ ਦਾ ਟਾਸਕ। ਸੋ ਮੈਥਡ ਸਟੱਡੀ ਅਸੀਂ ਤਾਂ ਕਰਦੇ ਹਾਂ, ਯੂਜ਼ ਕਰਦੇ ਹਾਂ ਜਿਹਦੇ ਨਾਲ ਅਸੀਂ ਇੱਕ ਬੈਸਟ ਤਰੀਕਾ ਚੂਜ਼ ਕਰ ਸਕੀਏ, ਮਤਲਬ ਟਾਸਕ ਨੂੰ ਪਰਫੋਰਮ ਕਰਨ ਦਾ। ਇਹ ਮੇਨ ਓਬਜੈਕਟਿਵ ਆ ਮੈਥਡ ਸਟੱਡੀ ਦਾ। ਇਹਦੇ ਨਾਲ ਅਸੀਂ ਇੰਸ਼ੋਰ ਕਰ ਸਕਦੇ ਹਾਂ ਆਪਟੀਮਮ ਯੂਜ਼ ਆਫ ਰਿਸੋਰਸਿਸ, ਮਤਲਬ ਜਿਹੜੇ ਵੀ ਰਿਸੋਰਸ ਨੇ ਉਹਨਾਂ ਦਾ ਸਹੀ ਯੂਜ਼ ਹੋ ਸਕੇ। ਟੂ ਗੈਟ ਮੈਕਸੀਮਮ ਪ੍ਰੋਫਿਟਸ ਐਟ ਮਿਨੀਮਮ ਕੋਸਟ, ਮਤਲਬ ਜਿਹੜੇ ਖਰਚੇ ਆ ਉਹ ਸਾਡੇ ਘੱਟ ਤੋਂ ਘੱਟ ਹੋਣ ਅਤੇ ਮੁਨਾਫਾ ਸਾਡਾ ਵੱਧ ਤੋਂ ਵੱਧ ਹੋਵੇ। ਟੂ ਸਪਲਾਈ ਕੁਆਲਿਟੀ ਪ੍ਰੋਡਕਟਸ ਟੂ ਕਸਟਮਰ ਐਂਡ ਪ੍ਰੋਵਾਈਡ ਦੈਮ ਮੈਕਸੀਮਮ ਸੈਟਿਸਫੈਕਸ਼ਨ। ਜਿਹੜੇ ਸਾਡੇ ਕਸਟਮਰ ਆ ਅਸੀਂ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਪ੍ਰੋਡਕਟ ਪ੍ਰੋਵਾਈਡ ਕਰਵਾਈਏ ਅਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਟਿਸਫੈਕਸ਼ਨ ਮਿਲੇ। ਨੈਕਸਟ ਟੈਕਨੀਕ ਹੈ ਆਪਣੇ ਕੋਲ ਟਾਈਮ ਸਟੱਡੀ। ਇਹਦੇ ਨੇਮ ਤੋਂ ਹੀ ਕਲੀਅਰ ਆ, ਅਕੋਰਡਿੰਗ ਟੂ ਟੇਲਰ ਐਵਰੀ ਟਾਸਕ ਸ਼ੁੱਡ ਬੀ ਅਕੰਪਲਿਸ਼ਡ ਇਨ ਅ ਸਪੈਸੀਫਿਕ ਪੀਰੀਅਡ ਆਫ ਟਾਈਮ। ਟੇਲਰ ਦੇ ਅਕੋਰਡਿੰਗ ਕੀ ਆ, ਜੋ ਵੀ ਕੰਮ ਹੈ ਜਾਂ ਜੋ ਵੀ ਟਾਸਕ ਹੈ ਉਹਨੂੰ ਅਸੀਂ ਕੰਪਲੀਟ ਕਰਨਾ ਹੈ ਇੱਕ ਸਪੈਸੀਫਿਕ ਸਮੇਂ ਦੇ ਵਿੱਚ। ਦਾ ਪ੍ਰੋਸੈਸ ਆਫ ਡਿਟਰਮਿਨਿੰਗ ਦਿਸ ਸਪੈਸੀਫਿਕ ਟਾਈਮ ਔਨ ਦਾ ਬੇਸਿਸ ਆਫ ਸਾਇੰਟੀਫਿਕ ਮੈਥਡ ਇਜ਼ ਨੋਨ ਐਜ਼ ਟਾਈਮ ਸਟੱਡੀ। ਸੋ ਜਦੋਂ ਉਹ ਵਿਧੀ ਜਿਹਦੇ ਨਾਲ ਅਸੀਂ ਇਹ ਸੈੱਟ ਕਰਦੇ ਹਾਂ ਜਾਂ ਇਹ ਫਾਈਂਡ ਆਊਟ ਕਰਦੇ ਹਾਂ ਕਿ ਕਿਸੇ ਕੰਮ ਨੂੰ ਕਰਨ ਦਾ ਸਾਇੰਟੀਫਿਕ ਤਰੀਕੇ ਦੇ ਨਾਲ ਕਰਨ ਦੇ ਲਈ ਕਿੰਨਾ ਸਮਾਂ ਲੱਗਣਾ ਚਾਹੀਦਾ ਹੈ ਜਾਂ ਕਿੰਨੇ ਸਮੇਂ 'ਚ ਉਹ ਕੰਮ ਨੂੰ ਕਰਨਾ ਚਾਹੀਦਾ ਹੈ, ਤਾਂ ਉਹਨੂੰ ਅਸੀਂ ਟਾਈਮ ਸਟੱਡੀ ਕਹਿੰਦੇ ਹਾਂ। So under time study, in order to determine average required time to perform any task, the time taken by an average worker to accomplish that task 100 times should be noted and then average of it must be obtained। ਮੈਥਡ ਸਟੱਡੀ ਆਪਾਂ ਪਹਿਲਾਂ ਪੜ੍ਹਿਆ, ਠੀਕ ਆ, ਉਹਦੇ ਵਿੱਚ ਆਪਾਂ ਮੈਥਡ ਦੇਖਦੇ ਹਾਂ, ਬੈਸਟ ਮੈਥਡ ਚੂਜ਼ ਕਰਨਾ। ਟਾਈਮ ਸਟੱਡੀ 'ਚ ਅਸੀਂ ਕੀ ਕਰਨਾ ਵਾ, ਜੇ ਅਸੀਂ ਕਿਸੇ ਦੇ ਲਈ ਟਾਈਮ ਸੈੱਟ ਕਰਨਾ ਨਾ ਵੀ ਆਹ ਕੰਮ ਨੂੰ ਕਰਨ ਦੇ ਲਈ 5 ਮਿੰਟ ਲੱਗਦੇ ਆ, ਵੀ ਪਹਿਲਾਂ ਤੋਂ ਹੀ ਸਾਡਾ ਜਿਵੇਂ ਆਪਾਂ ਕਹਿ ਦਈਏ ਸੈੱਟ ਕੀਤਾ ਹੋਇਆ ਟਾਈਮ ਸਟੱਡੀ ਕਰਕੇ, ਤਾਂ ਟਾਈਮ ਸਟੱਡੀ ਐਕਚੁਅਲ 'ਚ ਕੀਤੀ ਕਿਵੇਂ ਜਾਂਦੀ ਆ, ਜਿਵੇਂ ਮੰਨ ਲਓ ਐਵਰੇਜ ਵਰਕਰਸ ਨੂੰ ਕੰਮ ਦਿੱਤਾ ਜਾਂਦਾ ਵੀ ਤੁਸੀਂ ਆਹ ਕੰਮ ਨੂੰ ਕਰੋ, ਠੀਕ ਆ, ਵਿਦਆਊਟ ਐਨੀ ਟੈਨਸ਼ਨ, ਮਤਲਬ ਪ੍ਰੋਪਰ ਵਰਕਿੰਗ ਕੰਡੀਸ਼ਨ ਦੇ ਵਿੱਚ, ਤਾਂ ਉਹ ਇੱਕ ਕੰਮ ਨੂੰ 100 ਵਾਰ ਕਰਨਾ, ਮਤਲਬ 100 ਅਲੱਗ-ਅਲੱਗ ਇੰਪਲੋਈਜ਼ ਤੋਂ ਕਰਵਾਇਆ ਜਾਂਦਾ, ਫਿਰ ਟਾਈਮ ਨੋਟ ਕਰਦੇ ਆ, ਫਿਰ ਉਹ ਸਾਰੇ ਟਾਈਮ ਦਾ ਐਵਰੇਜ ਕੱਢ ਕੇ ਇੱਕ ਟਾਈਮ ਸੈੱਟ ਕਰ ਦਿੱਤਾ ਜਾਂਦਾ ਵੀ ਇਸੇ ਸਮੇਂ ਦੇ ਵਿੱਚ ਇੰਨਾ ਟਾਈਮ ਕੀਤਾ ਇੰਨਾ ਕੰਮ ਕੀਤਾ ਜਾਇਆ ਕਰੂਗਾ, ਠੀਕ ਆ, ਜਾਂ ਇੰਨੀਆਂ ਚੀਜ਼ਾਂ ਦੀ ਪ੍ਰੋਡਕਸ਼ਨ ਹੋਇਆ ਕਰੂਗੀ, ਮਤਲਬ ਟਾਈਮ ਸੈੱਟ ਕਰ ਦਿੰਦੇ ਆ। ਦਿਸ ਐਵਰੇਜ ਟਾਈਮ ਸ਼ੁੱਡ ਬੀ ਡਿਟਰਮਿਨਡ ਐਜ਼ ਐਵਰੇਜ ਸਟੈਂਡਰਡ ਟਾਈਮ ਰਿਕੁਆਇਰਡ ਟੂ ਪਰਫੋਰਮ ਦੈਟ ਫੰਕਸ਼ਨ। ਹਾਂਜੀ, ਜਿਹੜਾ ਇਹ ਟਾਈਮ ਆ ਇਹ ਐਵਰੇਜ ਟਾਈਮ ਫਿਰ ਸੈੱਟ ਕਰ ਦਿੱਤਾ ਜਾਂਦਾ ਸਟੈਂਡਰਡ ਦੇ ਤੌਰ 'ਤੇ, ਵੀ ਇਹ ਸਟੈਂਡਰਡ ਟਾਈਮ ਆ, ਇਹਦੇ ਵਿੱਚ ਹੀ ਤੁਸੀਂ ਇਹ ਕੰਮ ਨੂੰ ਪਰਫੋਰਮ ਕਰਨਾ। ਔਨ ਦਾ ਬੇਸਿਸ ਆਫ ਦਿਸ ਐਵਰੇਜ ਟਾਈਮ ਪਰਫੋਰਮੈਂਸ ਸਟੈਂਡਰਡ ਫॉर ਦਾ ਇੰਪਲੋਈ ਮੇ ਆਲਸੋ ਵੀ ਡਿਟਰਮਿਨਡ। ਸੋ ਇਹਦੇ ਬੇਸਿਸ 'ਤੇ ਹੀ ਅਸੀਂ ਪਰਫੋਰਮੈਂਸ ਦਾ ਸਟੈਂਡਰਡ ਵੀ ਸੈੱਟ ਕਰ ਦਿੰਦੇ ਹਾਂ ਇੰਪਲੋਈਜ਼ ਦੇ ਲਈ।
ठीक है, मतलब भी एक इंप्लॉई ने इन्ने घंटिਆਂ 'ਚ इन्ने प्रोडक्ट बनाने आ। हुण देखो बच्चे, जिवें सपोज कर लो आपां एक काम नूं करन दे लई टाइम सैट हो गया भी आह काम 10 मिनट 'ਚ करना, ठीक है। सो इट मीन 10 मिनट ਦੇ ਵਿੱਚ ਇੱਕ ਪ੍ਰੋਡਕਟ ਬਣਦਾ, 20 ਮਿੰਟਾਂ 'ਚ 2 ਬਣਨਗੇ, ਠੀਕ ਆ, ਅੱਧੇ ਘੰਟੇ ਦੇ ਵਿੱਚ 3 ਪ੍ਰੋਡਕਟ ਬਣ ਜਾਣਗੇ। ਤਾਂ ਇਹ ਇੱਕ ਤਰ੍ਹਾਂ ਦਾ ਟਾਰਗੇਟ ਵੀ ਸੈੱਟ ਹੋ ਜਾਊਗਾ ਇੰਪਲੋਈ ਲਈ ਵੀ ਤੁਸੀਂ ਅੱਧੇ ਘੰਟੇ 'ਚ 3 ਚੀਜ਼ਾਂ ਦਾ ਇਹ ਟਾਰਗੇਟ ਪੂਰਾ ਕਰਨਾ। ਇਫ ਐਨ ਇੰਪਲੋਈ ਅਕੰਪਲਿਸ਼ਿਜ਼ ਦਾ ਟਾਸਕ ਇਨ ਦਾ ਸਪੈਸੀਫਾਈਡ ਟਾਈਮ, ਮੰਨ ਲਓ ਕੋਈ ਵਰਕਰ ਹੈ, ਉਹ ਜਿਹੜਾ ਟਾਈਮ ਉਹਨੂੰ ਗਿਵਨ ਦਿੱਤਾ ਹੈ ਉਹਦੇ ਵਿੱਚ ਉਹਨੇ ਕੰਮ ਪੂਰਾ ਕਰ ਲਿਆ, ठीक है, दैन ही इज़ एन एवरेज इंप्लॉई। तो असीं उहनूं की बोलांगे, ये एक एवरेज इंप्लॉई है। इफ एन इंप्लॉई अकंपलिशेज द टास्क बिफोर द स्पैसीफाइड टाइम दैन ही इज़ एन एफिशिएंट इंप्लॉई। मान लो कोई वर्कर है, उन्होंने 5 मिनट का टाइम दिता सी, जिहड़ा कि अपना टाइम स्टडी करन तो बाद एक स्टैंडर्ड टाइम रखा गया सी, बट उन्हें 4 मिनट 'ਚ ਉਹ ਕੰਮ ਕਰ ਲਿਆ, दैट मीनस ही इज़ एन एफिशिएंट इंप्लॉई। तो उन्होंने एफिशिएंट कहांगे। एंड द इंप्लॉइज हू अकंपलिशेज द टास्क आफ्टर स्पैसीफाइड टाइम इज़ एन इनएफिशिएंट इंप्लॉई। मान लो कोई वर्कर आ, जिवें मान लो 5 मिनट टाइम रखा गया स्टैंडर्ड टाइम, उन्हें 10 मिनटां 'ਚ ਉਹ ਕੰਮ ਕੀਤਾ, इट मीनस वो इंप्लॉई इनएफिशिएंट आ। सो टाइम स्टडी ऑल्सो हैप्स टू डिटरमिन द requisite number of employees for any task। टाइम स्टडी के हैल्प के नाल असीं ये भी सैट कर सकते हैं भी एक पर्टिकुलर काम नूं करन दे लई किन्ने इंप्लॉइज़ की जरूरत पऊगी। इट ऑल्सो हैप्स टू डिटरमिन वेज रेट, कॉस्ट ऑफ इंप्लॉइज़ एंड कंपनसेशन विच हैज़ टू बी पे टू द इंप्लॉइज़। सो इहदी हैल्प के नाल असीं वेज रेट भी सैट कर सकते हैं भी किन्नी दिहाड़ी देनी आ, जां सानूं इंप्लॉइज़ का किन्ना खर्चा पऊगा, जां उन्हां नूं किन्ना कंपनसेशन देना पऊगा, ठीक है, मुआवजा जिन्हों आपां रेमुनरेशन कह दिंदे आ। हुण इहदे विच एक एग्जाम्पल आ, अकॉर्डिंग टू टाइम स्टडी 1 यूनिट ऑफ आउटपुट शुड बी प्रोड्यूसड इन 30 मिनट्स। मान लो टाइम स्टडी के अकॉर्डिंग कोई प्रोडक्ट बनाना वा, उन्होंने बनने दे विच 30 मिनट लगते हैं, ठीक है। इन सच अ सिचुएशन एंड इंप्लॉई शुड प्रोड्यूस 2 यूनिट्स इन 1 आवर। मतलब एक घंटे दे विच एक इंप्लॉई 2 यूनिट्स बना दूगा, 2 बना दूगा, ठीक है। एंड 16 यूनिट्स इफ ही वर्कस फॉर 8 आवर्स। जे वो 8 घंटे काम करूगा तो इट मीनस ये 16 यूनिट्स बनाऊगा। हम मान लो किसी इंप्लॉई ने 16 यूनिट्स बनातियां, दैट मीनस आपां नूं की कहांगे, एवरेज इंप्लॉई। हुण मान लो किसी ने 8 घंटिਆਂ ਦੇ ਵਿੱਚ 18 या 20 यूनिट्स बनातियां, मतलब वध प्रोडक्शन करती, दैट मीनस उन्होंने आपां एफिशिएंट इंप्लॉई कहांगे। सपोज कर लो किसी ने 8 घंटिਆਂ ਦੇ ਵਿੱਚ बहुत घट बनाईयां, मान लो 12 या 13 यूनिट्स बनातियां, तो उन्होंने असीं इनएफिशिएंट इंप्लॉई कहांगे, ठीक है। नैक्सट है ये ऑब्जैक्टिव टू डिटरमिन एवरेज टाइम रिक्वायर्ड टू कंप्लीट अ टास्क। ये असीं ये डिटरमिन करते हैं कि एक काम नूं करन दे लई किन्ना एवरेज समा लगूगा। टू डिटरमिन टारगेट रिलेटेड टू द परफॉर्मेंस ऑफ एन इंप्लॉई। इंप्लॉईज़ के लिए असीं टारगेट भी सैट करते हैं कि एक इंप्लॉई ने किन्ने प्रोडक्ट प्रोड्यूस करने हैं, ठीक है, जां किन्नी परफॉर्मेंस देनी है। टू क्लासीफाई इंप्लॉईज़ ऑन द बेसिस ऑफ एफिशिएंसी। ये नाल ही असीं आपदे इंप्लॉईज़ की एफिशिएंसी नूं भी चैक कर सकते हैं भी किहड़ा एफिशिएंट आ, किहड़ा इनएफिशिएंट आ। टू डिटरमिन द टोटल नंबर ऑफ इंप्लॉईज़ रिक्वायर्ड टू कंप्लीट द होल टास्क। फिर असीं ये भी पता कर सकते हैं ये टाइम स्टडी की हैल्प नाल कि एक पर्टिकुलर काम नूं मान लो जिवें 100 यूनिट्स बनाउणियां ने, 100 यूनिट्स बनाउण दे लई सपोज कर लो एक यूनिट नूं बनाउण नूं 30 मिनट लगदे आ। उस हिसाब नाल आपां नंबर ऑफ पीपल भी चैक कर सकते हैं, नंबर ऑफ इंप्लॉईज़ किन्ने सानूं रिक्वायर्ड आ उस पूरे काम नूं करन दे लई। लास्ट पॉइंट है टू डिटरमिन वेज रेट, कॉस्ट ऑफ लेबर एंड रेमुनरेशन टू बी पे टू इंप्लॉईज़। इहदे नाल असीं जिहड़ा वेज रेट है या जो लेबर का खर्चा है या रेमुनरेशन है वो किन्नी पे की जाऊगी इंप्लॉईज़ नूं, असीं वो भी जिहड़ी नोट डाउन कर सकते हैं या आपां सैट कर सकते हैं, ठीक है। अज लई इन्ना ही है। नैक्सट क्लास दे विच आपां जिहड़ियां अगे टैकनीक्स ने, मोशन स्टडी या अगलियां टैकनीक्स वो पढ़ांगे।